ਰਾਂਝੇ ਦਾ ਜੋਗ ਲੈ ਕੇ ਵਿਦਾ ਹੋਣਾ। ਜੋਗੀ ਨਾਥ ਥੋ ਖੁਸ਼ੀ ਲੈ ਵਿਦਾ ਹੋਇਆ, ਛੁੱਟਾ ਬਾਜ ਜਿਉਂ ਤੇਜ ਕਤਰਾਰਿਆਂ ਨੂੰ। ਇੱਕ ਪਲਕ ਵਿੱਚ ਕੰਮ ਜਾ ਹੋਏ ਗਿਆ, ਲੱਗੀ ਅੱਗ ਜੋਗੀੜਾ ਸਾਰਿਆਂ ਨੂੰ। ਹੁਣ ਇੱਥੇ ਗੱਲ ਹੋ ਰਹੀ ਹੈ ਕਿ ਜਦੋਂ ਰਾਂਝਾ ਜਿਹੜਾ ਆ ਬਾਲਨਾਥ ਦੇ ਕੋਲੋਂ ਜੋਗ ਲੈ ਲੈਂਦਾ ਆ, ਜੋਗੀ ਨਾਥ ਤੋਂ ਖੁਸ਼ੀ, ਕਹਿੰਦੇ ਕਿ ਜਦੋਂ ਰਾਂਝੇ ਜੋਗੀ ਨੂੰ ਜਦੋਂ ਬਾਲਨਾਥ ਦੇ ਕੋਲੋਂ ਜੋਗ ਜਿਹੜਾ ਬਖਸ਼ਿਸ਼ ਦੇ ਰੂਪ ਵਿੱਚ ਮਿਲ ਜਾਂਦਾ ਹੈ ਤਾਂ ਉਹ ਬਹੁਤ ਖੁਸ਼ ਹੋ ਜਾਂਦਾ ਹੈ। ਅਤੇ ਕਹਿੰਦੇ ਖੁਸ਼ ਹੋ ਕੇ ਕਹਿੰਦੇ ਕਿ ਉਹ ਇੱਦਾਂ ਉੱਥੋਂ ਵਿਦਾ ਹੋਇਆ ਜਿਸ ਤਰ੍ਹਾਂ ਜਿਹੜੇ ਆ ਬਾਜ਼ ਜਿਹੜੇ ਆ ਉਹ ਸ਼ਿਕਾਰੀਆਂ ਦੇ ਹੱਥੋਂ ਜਦੋਂ ਛੁੱਟ ਜਾਂਦੇ ਨੇ ਅਤੇ ਤੇਜ਼ ਤਰਾਰੀਆਂ ਮਤਲਬ ਤੇਜ਼ ਉਡਾਰੀਆਂ ਮਾਰਨ ਲੱਗ ਜਾਂਦੇ ਨੇ। ਇੱਕ ਪਲਕ ਵਿੱਚ ਕੰਮ, ਕਹਿੰਦੇ ਕਿ ਜੋ ਰਾਂਝਾ ਜਿਹੜਾ ਆ ਜਦੋਂ ਜੋਗ ਧਰਨ ਦਾ ਕੰਮ ਇੱਕ ਪਲ ਦੇ ਵਿੱਚ ਹੀ ਸਿਰਾ ਚੜ੍ਹ ਗਿਆ ਅਤੇ ਇਹ ਦੇਖ ਕੇ ਜਿਹੜੇ ਬਾਲਨਾਥ ਦੇ ਜਿਹੜੇ ਜੋਗੀ ਸੀਗੇ, ਚੇਲੇ ਜਿਹੜੇ ਸੀਗੇ, ਉਹਨਾਂ ਨੂੰ ਈਰਖਾ ਹੋਣ ਲੱਗ ਗਈ ਅਤੇ ਉਹ ਬੇਹੱਦ ਗੁੱਸਾ ਉਹਨਾਂ ਨੂੰ ਚੜ੍ਹ ਗਿਆ। ਮੁੜ ਕੇ ਧੀਦੋਂ ਨੇ ਇੱਕ ਜਵਾਬ ਦਿੱਤਾ ਉਹਨਾਂ ਚੇਲਿਆਂ ਹੈਂਸਿਆਰਿਆਂ ਨੂੰ, ਭਲੇ ਕਰਮ ਜੇ ਹੋਣ ਤਾਂ ਜੋਗ ਪਾਈਏ, ਜੋਗ ਮਿਲੇ ਨਾ ਰੱਬ ਦਿਆਂ ਮਾਰਿਆਂ ਨੂੰ। ਕਹਿੰਦੇ ਕਿ ਜਦੋਂ ਬਾਲਨਾਥ ਦੇ ਜਿਹੜੇ ਦੂਸਰੇ ਚੇਲੇ ਜਿਹੜੇ ਸੀਗੇ, ਜਦੋਂ ਰਾਂਝੇ ਨੂੰ ਜੋਗ ਮਿਲ ਗਿਆ ਤਾਂ ਉਹ ਬਹੁਤ ਈਰਖਾ ਕਰਨ ਲੱਗ ਗਏ, ਬਹੁਤ ਗੁੱਸਾ ਉਹਨਾਂ ਨੂੰ ਚੜ੍ਹ ਗਿਆ। ਤਾਂ ਉਸ ਸਮੇਂ ਜਿਹੜਾ ਧੀਦੋਂ ਰਾਂਝਾ ਸੀ ਉਹਨੇ ਉਹਨਾਂ ਨੂੰ ਜ਼ਾਲਮ ਚੇਲਿਆਂ ਨੂੰ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਜੇਕਰ ਇਨਸਾਨ ਦੇ ਕਰਮ ਜੇਕਰ ਚੰਗੇ ਹੋਣ ਤਾਂ ਬੰਦੇ ਨੂੰ ਜੋਗ ਮਿਲ ਜਾਂਦਾ ਹੈ। ਕਹਿੰਦੇ ਕਿ ਜੋਗ ਜਿਹੜਾ ਆ ਉਹਨਾਂ ਨੂੰ ਨਹੀਂ ਮਿਲਦਾ ਜਿਨ੍ਹਾਂ ਦੇ ਉੱਤੇ ਰੱਬ ਜਿਹੜਾ ਆ ਉਹ ਕਹਿਰਵਾਨ ਹੋ ਗਿਆ ਹੋਵੇ। ਅਸੀਂ ਜੱਟ ਅਣਜਾਣ ਸਾਂ ਫਾਸ ਗਏ, ਕਰਮ ਕੀਤਾ ਸੋ ਅਸਾਂ ਵਿਚਾਰਿਆਂ ਨੂੰ। ਵਾਰਿਸ ਸ਼ਾਹ ਅੱਲਾ ਜਾਂ ਕਰਮ ਕਰਦਾ, ਹੁਕਮ ਹੁੰਦਾ ਹੈ ਨੇਕ ਸਿਤਾਰਿਆਂ ਨੂੰ। ਫਿਰ ਉਸ ਤੋਂ ਬਾਅਦ ਜਿਹੜਾ ਆ ਉਹ ਕਹਿੰਦਾ ਕਿ ਅਸੀਂ ਤਾਂ ਅਣਜਾਣ ਜੱਟ ਜੋਗ ਦੇ ਰਾਹ ਦੇ ਉੱਤੇ ਤੁਰਨ ਲਈ ਐਵੇਂ ਫਸ ਗਏ ਸਾਂ ਕਿ ਜਿਹੜੇ ਉਹਦੇ ਚੇਲੇ ਨੇ ਉਹ ਬੋਲ ਰਹੇ ਨੇ ਕਿ ਅਸੀਂ ਅਣਜਾਣ ਜੱਟ ਜੋਗ ਦੇ ਰਾਹ 'ਤੇ ਤੁਰਨ ਲਈ ਐਵੇਂ ਫਸ ਗਏ ਹੋਏ ਸਾਂ, ਪਰ ਰੱਬ ਨੇ ਉਸ ਵਿਚਾਰੇ ਦੇ ਉੱਤੇ ਮਿਹਰ ਕਰਕੇ ਉਸ ਨੂੰ ਜੋਗ ਦੀ ਬਖਸ਼ਿਸ਼ ਕੀਤੀ ਹੈ। ਵਾਰਿਸ ਸ਼ਾਹ ਅੱਲਾ ਜਾਂ ਕਰਮ ਕਰਦਾ, ਹੁਕਮ ਹੁੰਦਾ ਹੈ ਨੇਕ ਸਿਤਾਰਿਆਂ ਨੂੰ। ਅਤੇ ਕਵੀ ਕਹਿ ਰਿਹਾ ਹੈ ਕਿ ਜਦੋਂ ਹੀ ਰੱਬ ਦੀ ਮਿਹਰ ਹੁੰਦੀ ਹੈ, ਜਦੋਂ ਹੀ ਅੱਲਾ ਦੀ ਮਿਹਰ ਹੁੰਦੀ ਹੈ, ਉਹਦਾ ਕਰਮ ਕਰਦਾ ਹੈ ਤਾਂ ਉਦੋਂ ਕੀ ਹੁੰਦਾ ਆ, ਉਦੋਂ ਜਿਹੜੇ ਨੇਕ ਸਿਤਾਰੇ ਨੇ ਹੁਕਮ ਦੇ ਬੰਦੇ ਦੀ ਜਿਹੜੀ ਕਿਸਮਤ ਜਿਹੜੀ ਉਹ ਪਰਮਾਤਮਾ ਬਦਲ ਦਿੰਦਾ ਹੈ। ਜੋਗੜੀਆਂ ਦਾ ਇੱਥੇ ਅਰਥ ਹੈਗਾ ਆ ਜੋਗੀਆਂ ਜਾਂ ਚੇਲਿਆਂ। ਹੈਂਸਿਆਰੀਆਂ ਦਾ ਮਤਲਬ ਹੁੰਦਾ ਜ਼ਾਲਮ। ਕਰਮ ਦਾ ਅਰਥ ਹੈਗਾ ਆ ਮਿਹਰ ਹੋਣੀ। ਅੱਗੇ ਹੈ ਰਾਂਝੇ ਦਾ ਜੋਗ ਲੈ ਕੇ ਰੰਗਪੁਰ ਜਾਣਾ। ਥਾਂਏ ਟਿੱਲਿਓ ਲਰਾ ਲੈ ਖੇੜਿਆਂ ਦੀ, ਚੱਲਿਆ ਮੀਂਹ ਜਿਉਂ ਆਮਦਾ ਵੁੱਠੜ ਉੱਤੇ। ਕਾਹਬਾ ਰੱਬ ਮੱਥੇ ਰੱਬ ਯਾਦ ਕਰਕੇ, ਚੜਿਆ ਖੇੜਿਆਂ ਦੀ ਸੱਜੀ ਗੁੱਠ ਉੱਤੇ। ਹੁਣ ਬਾਲਨਾਥ ਦੇ ਕੋਲੋਂ ਜੋਗ ਧਾਰਨ ਕਰਕੇ ਜਿਹੜਾ ਆ ਟਿੱਲੇ ਤੋਂ ਜੋਗ ਲੈ ਕੇ ਹੀਰ ਦੇ ਸਹੁਰੇ ਪਿੰਡ, ਸਹੁਰਾ ਪਿੰਡ ਹੈ ਖੇੜਿਆਂ, ਰੰਗਪੁਰ ਖੇੜਿਆਂ ਨੂੰ ਜਾਣ ਦਾ ਜ਼ਿਕਰ ਇੱਥੇ ਕੀਤਾ ਗਿਆ ਕਿ ਜਿਹੜਾ ਰਾਂਝਾ ਆ ਉਹ ਜੋਗ ਧਾਰਨ ਕਰਕੇ ਹੀਰ ਨੂੰ ਮਿਲਣ ਦੇ ਵਾਸਤੇ ਜਾਂਦਾ ਆ ਉਸਦੇ ਸਹੁਰੇ ਪਿੰਡ ਰੰਗਪੁਰ ਖੇੜਿਆਂ ਨੂੰ। ਹੁਣ ਜਿਹੜਾ ਟਿੱਲੇ ਤੋਂ ਜੋਗ ਲੈ ਕੇ ਖੇੜਿਆਂ ਦੇ ਰਾਹ ਫੜ ਕੇ ਉਹ ਇਸ ਤਰ੍ਹਾਂ ਕਹਿੰਦੇ ਕਿ ਚਲਾ ਗਿਆ ਕਿ ਜਿਸ ਤਰ੍ਹਾਂ ਮੀਂਹ ਜਿਹੜਾ ਆ ਮਿਹਰਬਾਨ ਹੋ ਕੇ ਵਰਨ ਲਈ ਚੜ੍ਹ ਆਉਂਦਾ ਹੈ। ਕਾਹਬਾ ਰੱਬ ਮੱਥੇ ਰੱਬ ਯਾਦ ਕਰਕੇ, ਚੜਿਆ ਖੇੜਿਆਂ ਦੀ ਸੱਜੀ ਗੁੱਠ ਉੱਤੇ। ਤੇ ਉਸਨੇ ਕਾਬੇ ਵੱਲ ਆਪਣਾ ਜਿਹੜਾ ਆ ਉਹ ਸਤਿਕਾਰ ਪ੍ਰਗਟ ਕੀਤਾ। ਤੇ ਕਾਬਾ ਦਾ ਮਤਲਬ ਹੈਗਾ ਕਿ ਮੱਕੇ ਵਿੱਚ ਮੁਸਲਮਾਨਾਂ ਦਾ ਇੱਕ ਧਰਮ ਹੈਗਾ ਆ, ਤੇ ਉਹਦੇ ਵੱਲ ਮੱਥਾ ਟੇਕਿਆ, ਸਤਿਕਾਰ ਦੇ ਨਾਲ ਆਪਣਾ ਸੀਸ ਝੁਕਾਇਆ ਤੇ ਸਤਿਕਾਰ ਪ੍ਰਗਟ ਕਰਕੇ ਰੱਬ ਨੂੰ ਯਾਦ ਕਰਕੇ ਜਿਹੜਾ ਆ ਉਹ ਖੇੜਿਆਂ ਦੇ ਪਿੰਡ ਵੱਲ ਨੂੰ, ਖੇੜਿਆਂ ਦੀ ਦਿਸ਼ਾ ਵੱਲ ਨੂੰ ਉਹਦੀ ਸੱਜੀ ਗੁੱਟ ਨੂੰ ਤੁਰਨਾ ਸ਼ੁਰੂ ਕਰ ਦਿੰਦਾ ਹੈ। ਨਸ਼ੇ ਨਾਲ ਝੁਲਾਰਦਾ ਮਸਤ ਜੋਗੀ, ਜਿਵੇਂ ਸੁੰਦਰੀ ਝੂਲਦੀ ਉੱਠ ਉੱਤੇ। ਚਿੱਪੀ ਖੱਪਰੀ ਫਹੂੜੀ ਡੰਡਾ ਕੁੰਡਾ, ਭੰਗ ਪੋਸਟ ਚਾ ਬੱਧਾ ਸੁਪਿੱਠ ਉੱਤੇ। ਕਹਿੰਦੇ ਕਿ ਹੁਣ ਜੋਗੀ ਦੇ ਰੂਪ ਵਿੱਚ ਰਾਂਝਾ ਜਿਹੜਾ ਆ ਉਹ ਨਸ਼ੇ ਦੇ ਨਾਲ ਕਹਿੰਦੇ ਇਸ ਤਰ੍ਹਾਂ ਝੂਮਦਾ ਸੀ ਜਿਸ ਤਰ੍ਹਾਂ ਊਠ 'ਤੇ ਬੈਠੀ ਹੋਈ ਕੋਈ ਸੁੰਦਰੀ ਝੂਲਦੀ ਹੋਵੇ।
ਤੇ ਉਸਨੇ ਆਪਣੀ ਪਿੱਠ ਦੇ ਉੱਤੇ ਕੀ ਪਾਇਆ ਹੋਇਆ ਸੀ? ਚਿੱਪੀ ਪਾਈ ਹੋਈ ਸੀ, ਖੱਪਰੀ ਪਾਈ ਹੋਈ ਸੀ, ਫਹੂੜੀ, ਡੰਡਾ, ਕੁੰਡਾ, ਭੰਗ ਤੇ ਪੋਸਤ ਆਦਿ ਨਾਲ ਬੰਨੇ ਹੋਏ ਸਨ। ਸੰਨਿਆਸ ਬੈਰਾਗ ਜਿਉਂ ਲੜਨ ਚੱਲੇ, ਰੱਖ ਹੱਥ ਤਲਵਾਰ ਦੀ ਮੁੱਠ ਉੱਤੇ, ਐਵੇਂ ਸਰਕਦਾ ਆਮਦਾ ਖੇੜਿਆਂ ਨੂੰ, ਜਿਵੇਂ ਫੌਜ ਚੜ ਦੌੜਦੀ ਲੁੱਟ ਉੱਤੇ। ਕਹਿੰਦੇ ਕਿ ਉਸ ਤੋਂ ਬਾਅਦ ਜਿਹੜਾ ਉਹ ਵਿਰਾਗ ਤੇ ਸੰਨਿਆਸ ਰੂਪੀ ਤਲਵਾਰ ਦੀ ਜਿਹੜੀ ਮੁੱਠ ਆ ਉੱਤੇ ਹੱਥ ਰੱਖ ਕੇ ਆਪਣੇ ਇਸ਼ਕ ਦੇ ਦੁੱਖਾਂ ਦੇ ਨਾਲ ਲੜਨ ਚੱਲਾ ਹੈ। ਤੇ ਉਹ ਖੇੜਿਆਂ ਦੇ ਵੱਲੋਂ ਕਹਿੰਦੇ ਨੇ ਕਿ ਆ ਰਿਹਾ ਹੈ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਜਿਹੜੇ ਨੇ ਜਦੋਂ ਕਹਿੰਦੇ ਕਿ ਖੇੜਿਆਂ ਦੇ ਪਿੰਡ ਵੱਲ ਜਾਂਦਾ ਤਾਂ ਇਸ ਤਰ੍ਹਾਂ ਲੱਗਦਾ ਪਿਆ ਕਿ ਜਿਵੇਂ ਜਿਹੜੀ ਫੌਜ ਹੈ ਉਹ ਸ਼ਹਿਰ ਦੀ ਲੁੱਟ ਕਰਨ ਦੇ ਲਈ ਚੜੀ ਆ ਰਹੀ ਹੋਵੇ।